Hello students, I am Sukhvinder Kaur from Department of Economics, GDST College हरियाणा ਹੁਸ਼ਿਆਰਪੁਰ। ਅਸੀਂ ਪਿਛਲੇ ਕੁਝ ਇੱਕ ਲੈਕਚਰਸ ਤੋਂ ਕਰ ਰਹੇ ਹਾਂ ਪਬਲਿਕ ਡੈਟ। ਜਦੋਂ ਸਰਕਾਰ ਦੀ ਆਮਦਨ ਸਰਕਾਰ ਦੇ ਖਰਚਿਆਂ ਤੋਂ ਘੱਟ ਰਹਿ ਜਾਏ, ਮਤਲਬ ਸਰਕਾਰ ਦੇ ਖਰਚੇ ਜਦੋਂ ਉਹਦੀ ਆਮਦਨ ਤੋਂ ਜ਼ਿਆਦਾ ਹੋ ਜਾਣ ਅਤੇ ਉਹਦੇ ਵਿੱਚ ਗੈਪ ਰਹਿ ਜਾਂਦਾ, ਅਤੇ ਉਸ ਗੈਪ ਨੂੰ ਪੂਰਾ ਕਰਨ ਦੇ ਲਈ ਸਰਕਾਰਾਂ ਆਮ ਕਰਕੇ ਲੋਨ ਲੈਂਦੀਆਂ, ਉਸ ਨੂੰ ਪਬਲਿਕ ਡੈਟ ਕਿਹਾ ਜਾਂਦਾ। ਔਰ ਉਹ ਜਿਹੜਾ ਲੋਨ ਹੈ ਔਰ ਡੈਟ ਹੈ ਉਹ ਦੇਸ਼ ਦੇ ਅੰਦਰੂਨੀ ਸਰੋਤਾਂ ਤੋਂ, ਬਾਹਰਲੀ ਸਰੋਤਾਂ ਤੋਂ ਵੀ ਲਿਆ ਜਾ ਸਕਦਾ। ਮਤਲਬ ਦੇਸ਼ ਦੇ ਅੰਦਰੋਂ ਲਾਈਕ ਬੈਂਕਸ ਤੋਂ, ਇੰਡੀਵਿਜੂਅਲਸ ਤੋਂ, ਸੈਂਟਰਲ ਬੈਂਕਸ ਤੋਂ ਲਿਆ ਜਾ ਸਕਦਾ, ਜਾਂ ਫਿਰ ਫੋਰਨ ਕੰਟਰੀਜ਼ ਤੋਂ, ਫਰੈਂਡਲੀ ਜਿਹੜੇ ਨੇਸ਼ਨਸ ਆ ਉਹਨਾਂ ਤੋਂ, ਜਾਂ ਫਿਰ ਜਿਹੜੇ ਫੋਰਨ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਆ ਲਾਈਕ ਵਰਲਡ ਬੈਂਕ, IMF, ਇੰਟਰਨੈਸ਼ਨਲ ਮੋਨੀਟਰੀ ਫੰਡ, ਉਹਨਾਂ ਤੋਂ ਲਏ ਜਾ ਸਕਦੇ ਆ। ਅੱਜ ਦੇ ਲੈਕਚਰ 'ਚ ਆਪਾਂ ਕਰਾਂਗੇ ਕਲਾਸੀਫਿਕੇਸ਼ਨ ਆਫ ਪਬਲਿਕ ਡੈਟ। ਪਬਲਿਕ ਡੈਟ ਜਾਂ ਫਾਰਮਸ ਆਫ ਪਬਲਿਕ ਡੈਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਪਬਲਿਕ ਡੈਟ ਦੀਆਂ ਕਿਸਮਾਂ ਦਾ ਵਰਗੀਕਰਨ, ਦਾ ਸਰੂਪ। ਅਤੇ ਜਿਹੜੀ ਪਬਲਿਕ ਡੈਟ ਆ ਉਹਨੂੰ ਅਲੱਗ-ਅਲੱਗ ਤਰੀਕਿਆਂ ਦੇ ਵਿੱਚ ਵੰਡਿਆ ਜਾਂਦਾ, ਅਲੱਗ-ਅਲੱਗ ਤਰ੍ਹਾਂ ਵੰਡਿਆ ਜਾਂਦਾ। ਸਭ ਤੋਂ ਪਹਿਲਾਂ ਹੈਗਾ ਪਬਲਿਕ ਡੈਟ ਦੀ ਜਿਹੜੀ ਟਾਈਪਸ ਆਉਂਦੀਆਂ ਅਕੋਰਡਿੰਗ ਟੂ ਪੀਰੀਅਡ, ਸਮੇਂ ਦੇ ਅਨੁਸਾਰ, ਸ਼ਾਰਟ ਪੀਰੀਅਡ, ਲੌਂਗ ਪੀਰੀਅਡ, ਫੰਡਡ ਅਤੇ ਅਨਫੰਡਡ। ਸ਼ਾਰਟ ਪੀਰੀਅਡ, ਜਦੋਂ ਪਬਲਿਕ ਡੈਟ ਸਰਕਾਰ 1 ਸਾਲ ਲਈ ਲੈਂਦੀ ਆ ਉਹਨੂੰ ਸ਼ਾਰਟ ਪੀਰੀਅਡ ਡੈਟ ਕਹਿੰਦੇ ਆ। ਇਹ ਇੱਦਾਂ ਲਿਆ ਜਾਂਦਾ ਕਿ ਆਪਾਂ ਸਰਕਾਰਾਂ ਰਿਣ ਲੈ ਲੈਂਦੀਆਂ ਅਤੇ ਜਦੋਂ ਟੈਕਸ ਲਗਾਏ ਜਾਂਦੇ ਆ, ਟੈਕਸ ਤੋਂ ਪ੍ਰਾਪਤ ਆਮਦਨ ਦੇ ਨਾਲ ਇਸ ਨੂੰ ਵਾਪਸ ਕਰ ਦਿੱਤਾ ਜਾਂਦਾ। ਅਤੇ ਸਰਕਾਰ ਆਪਣੇ ਖਰਚੇ ਨੂੰ ਪੂਰਾ ਕਰਨ ਲਈ 3-6 ਮਹੀਨੇ ਜਾਂ 1 ਸਾਲ ਲਈ ਜਦੋਂ ਰਿਣ ਲੈਂਦੀ ਆ ਅਤੇ ਉਸ ਨੂੰ ਸ਼ਾਰਟ ਪੀਰੀਅਡ ਲੋਨ ਜਿਹੜਾ ਕਿਹਾ ਜਾਂਦਾ, ਕਿਉਂਕਿ ਸ਼ਾਰਟ ਪੀਰੀਅਡ ਆ ਇਸ ਲਈ ਇਹਨਾਂ ਦੇ ਉੱਤੇ ਜਿਹੜਾ ਰੇਟ ਆਫ ਇੰਟਰਸਟ ਲੱਗਦਾ ਉਹ ਘੱਟ ਲੱਗਦਾ। ਅਤੇ ਇਹ ਇੱਦਾਂ ਵੀ ਹੁੰਦਾ ਕਿ ਇੱਕ ਰਿਣ ਲੈ ਲਿਆ ਜਾਂਦਾ ਅਤੇ ਉਸਨੂੰ ਵਾਪਸ ਕਰ ਦਿੱਤਾ ਜਾਂਦਾ, ਫਿਰ ਦੂਸਰਾ ਲੈ ਲਿਆ ਜਾਂਦਾ। ਇਸ ਤਰ੍ਹਾਂ ਇੱਕ ਲੜੀ ਜਿਹੜੀ ਆ ਚੱਲਦੀ ਰਹਿੰਦੀ ਹੈ। ਪਰ ਇਹ ਜ਼ਰੂਰ ਮੰਨਿਆ ਜਾਂਦਾ ਕਿ ਇਸ ਤਰ੍ਹਾਂ ਦੇ ਜਿਹੜੇ ਲੋਨ ਲਏ ਜਾਂਦੇ ਆ, ਇਸ ਤਰ੍ਹਾਂ ਦਾ ਰਿਣ ਜਿਹੜਾ ਸਰਕਾਰਾਂ ਲੈਂਦੀਆਂ, ਇਹਦੇ ਨਾਲ ਫਜ਼ੂਲ ਖਰਚੀ ਹੈ ਜਿਹੜੀ ਸਰਕਾਰਾਂ ਦੀ ਉਹ ਵੱਧਦੀ ਹੈ। ਦੂਸਰਾ ਹੈਗਾ ਲੌਂਗ ਪੀਰੀਅਡ ਲੋਨ, ਲੌਂਗ ਪੀਰੀਅਡ ਡੈਟ। ਜਦੋਂ 10 ਸਾਲ ਤੋਂ ਵਧੇਰੇ ਸਮੇਂ ਲਈ ਡੈਟ ਲਿਆ ਜਾਂਦਾ ਉਹਨੂੰ ਲੌਂਗ ਪੀਰੀਅਡ ਕਹਿੰਦੇ ਆ। ਇਹ ਸਰਕਾਰ ਜਦੋਂ ਰੇਲਵੇ ਦੇ ਉੱਤੇ ਜਾਂ ਇਰੀਗੇਸ਼ਨ ਫੈਸਿਲਿਟੀਜ਼ ਨੂੰ ਵਧਾਉਣ ਲਈ ਜਾਂ ਟਰਾਂਸਪੋਰਟੇਸ਼ਨ ਨੂੰ ਵਧਾਉਣ ਲਈ, ਲਾਈਕ ਨਵੀਆਂ ਸੜਕਾਂ ਜਿਹੜੀਆਂ ਬਣਾਉਣ ਲਈ, ਜਾਂ ਆਪਣੀਆਂ 5 ਈਅਰ ਪਲੈਨਿੰਗਸ ਜਿਹੜੀਆਂ ਸਰਕਾਰਾਂ ਕਰਦੀਆਂ ਪਈਆਂ, ਉਹਨਾਂ ਦੀ ਫੰਡਿੰਗ ਲਈ ਜਦੋਂ ਸਰਕਾਰਾਂ ਲੋਨ ਲੈਂਦੀਆਂ ਅਤੇ ਇਸ ਨੂੰ ਲੌਂਗ ਪੀਰੀਅਡ ਲੋਨ ਕਿਹਾ ਜਾਂਦਾ। ਔਰ ਇਹਦੇ ਵਿੱਚ ਇਹ ਵੀ ਹੈ ਕਿ ਇਹਦਾ ਭਾਰ ਆਉਣ ਵਾਲੀਆਂ ਪੀੜ੍ਹੀਆਂ 'ਤੇ ਵੀ ਪੈਂਦਾ, ਕਿਉਂਕਿ ਲੋਨ ਲੈਂਦਾ ਤਾਂ ਕੋਈ ਹੋਰ ਆ, ਪਰ ਉਹਦਾ ਜਿਹੜਾ ਲੋਨ ਆ ਉਹ ਦਾ ਭਾਰ ਆ ਜਿਹੜਾ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੇਣਾ ਪੈਂਦਾ। ਉਹਦਾ ਬੈਨੀਫਿਟ ਕਿਸੇ ਹੋਰ ਪੀੜ੍ਹੀ ਨੂੰ ਹੋ ਰਿਹਾ ਹੁੰਦਾ, ਪਰ ਇਹ ਨਹੀਂ ਕਹਿ ਸਕਦੇ ਕਿਉਂਕਿ ਬੈਨੀਫਿਟ ਮਤਲਬ ਬੈਨੀਫਿਟ ਹੋ ਤਾਂ ਹੁਣ ਵਾਲੀ ਪੀੜ੍ਹੀ ਨੂੰ ਰਿਹਾ, ਪਰ ਉਹਦਾ ਜਿਹੜਾ ਬਰਡਨ ਆ ਉਹ ਅਗਲੀ ਪੀੜ੍ਹੀ ਕਈ ਵਾਰ ਸਹਿਰ ਕਰ ਰਹੀ ਹੁੰਦੀ ਹੈ, ਪਰ ਅਗਲੀ ਪੀੜ੍ਹੀ ਨੂੰ ਵੀ ਉਹਦਾ ਜਿਹੜਾ ਬੈਨੀਫਿਟ ਹੋਏਗਾ ਜ਼ਰੂਰ, ਕਿਉਂਕਿ ਇਰੀਗੇਸ਼ਨ ਫੈਸਿਲਿਟੀਜ਼ ਜਿਹੜੀਆਂ ਉਹ ਉਹਨਾਂ ਲਈ ਵੀ ਅਵੇਲੇਬਲ ਹੋਣਗੀਆਂ। ਰੋਡ ਟਰਾਂਸਪੋਰਟੇਸ਼ਨ ਜੇ ਚੱਲਦੀ ਪਈ ਆ, ਸ਼ੁਰੂ ਹੋ ਗਈ ਹੈ, ਤਾਂ ਉਹਨਾਂ ਨੂੰ ਵੀ ਉਹਦਾ ਬੈਨੀਫਿਟ ਹੋਏਗਾ। ਫੰਡਡ, ਜਦੋਂ ਕਿਸੇ ਰਿਣ ਦਾ ਮੁੱਲ ਰਕਮ ਵਾਪਸ ਕਰਨ ਲਈ ਸਰਕਾਰ ਮਜਬੂਰ ਨਹੀਂ ਹੁੰਦੀ ਤਾਂ ਉਸ ਨੂੰ ਇਰਰੀਡੀਮੇਬਲ ਗੈਰ ਮਿਆਦੀ ਰਿਣ ਕਿਹਾ ਜਾਂਦਾ। ਇਹਨਾਂ ਰਿਣਾਂ ਦਾ ਵਿਆਜ ਨਿਯਮਿਤ ਰੂਪ ਨਾਲ ਚੁਕਾਉਣ ਦੀ ਵਿਵਸਥਾ ਹੁੰਦੀ ਹੈ। ਇਸ ਸ਼੍ਰੇਣੀ ਵਿੱਚ ਉਹ ਰਿਣ ਵੀ ਆ ਜਾਂਦੇ ਆ ਜਿਹੜੇ ਬਹੁਤ ਲੰਬੇ ਸਮੇਂ ਵਿੱਚ ਭੁਗਤਾਨ ਕੀਤੇ ਜਾਂਦੇ ਆ। ਉਸ ਤੋਂ ਬਾਅਦ ਅਨਫੰਡਡ, ਮਿਆਦੀ ਰਿਣ ਉਹ ਰਿਣ ਹੁੰਦਾ ਜਿਨ੍ਹਾਂ ਦਾ ਮੂਲ ਧਨ ਅਤੇ ਵਿਆਜ ਦਾ ਭੁਗਤਾਨ ਇੱਕ ਨਿਸ਼ਚਿਤ ਸਮੇਂ 'ਤੇ ਕਰਨ ਲਈ ਸਰਕਾਰ ਵਚਨਬੱਧ ਹੁੰਦੀ ਹੈ। ਮੀਨਸ ਜਿਹੜਾ ਫੰਡਡ ਹੁੰਦਾ ਉਹ ਵੀ ਸਰਕਾਰ ਨੇ ਵਾਪਸ 'ਤੇ ਕਰਨਾ ਹੁੰਦਾ, ਪਰ ਉਹ ਇੱਕ ਨਿਸ਼ਚਿਤ ਫਿਕਸ ਪੀਰੀਅਡ ਨਹੀਂ ਆ ਕਿ ਇਸ ਟਾਈਮ 'ਤੇ ਵਾਪਸ ਕੀਤਾ ਜਾਏਗਾ। ਮਤਲਬ ਉਹਦਾ ਬਸ ਰੇਟ ਆਫ ਇੰਟਰਸਟ ਜਿਹੜਾ ਪੇ ਕਰੀ ਜਾਂਦੇ ਪਏ ਹੋ ਤੁਸੀਂ, ਅਤੇ ਉਹ ਚੱਲ ਜਾਏਗਾ। ਪਰ ਜਦੋਂ ਤੁਸੀਂ ਅਨਫੰਡਡ ਜਿਹੜਾ ਲੈਂਦੇ ਹੋ, ਰਿਡੀਮੇਬਲ ਲੈਂਦੇ ਹੋ, ਇਹਦੇ ਵਿੱਚ ਤੁਸੀਂ ਪ੍ਰਿੰਸੀਪਲ ਐਂਡ ਰੇਟ ਆਫ ਇੰਟਰਸਟ ਦੋਨੋਂ ਹੀ ਇੱਕ ਫਿਕਸ ਪੀਰੀਅਡ ਦੇ ਉੱਤੇ ਵਾਪਸ ਕਰਨੇ ਹੁੰਦੇ ਆ। ਨੈਕਸਟ ਜਿਹੜੇ ਰੇਟ ਆਫ ਇੰਟਰਸਟ ਜਿਹੜੇ ਡੈਟਸ ਦੀਆਂ ਟਾਈਪਸ ਹੈਗੀਆਂ, ਅਕੋਰਡਿੰਗ ਟੂ ਯੂਜ਼ ਦੋ ਤਰ੍ਹਾਂ ਦੇ ਕਰਜ਼ੇ ਲਾਏ ਜਾਂਦੇ ਆ ਜੀ, ਪ੍ਰੋਡਕਟਿਵ ਅਤੇ ਅਨਪ੍ਰੋਡਕਟਿਵ। ਜਦੋਂ ਸਰਕਾਰਾਂ ਉਹਨਾਂ ਕੰਮਾਂ ਲਈ ਲੋਨ ਲੈਂਦੀਆਂ ਜਿਨ੍ਹਾਂ ਦੇ ਨਾਲ ਕੱਲ੍ਹ ਸਾਡੀ ਪ੍ਰੋਡਕਸ਼ਨ ਵਧੇਗੀ, ਲਾਈਕ ਇੰਡਸਟਰੀ ਦੀ ਡਿਵੈਲਪਮੈਂਟ ਦੇ ਲਈ, ਜਾਂ ਇਰੀਗੇਸ਼ਨ ਫੈਸਿਲਿਟੀਜ਼ ਨੂੰ ਬਣਾਉਣ ਲਈ, ਜਾਂ ਫਿਰ ਆਵਾਜਾਈ ਦੇ ਸਾਧਨਾਂ ਨੂੰ ਵਧਾਉਣ ਦੇ ਲਈ, ਜਾਂ ਫਿਰ ਪਲੈਨਿੰਗ ਜਿਹੜੀ ਕਰਦੀ ਪਈ ਆ ਉਹਨੂੰ ਕਰਨ ਦੇ ਲਈ, ਪਲੈਨਿੰਗ ਨੂੰ ਅਲੱਗ-ਅਲੱਗ ਜਿਹੜੀਆਂ ਉਹਦੇ ਵਿੱਚ ਅੱਗੇ ਸਬ ਪਲੈਨਸ ਆ ਉਹਨਾਂ ਨੂੰ ਫੰਡ ਕਰਨ ਦੇ ਲਈ, ਅਤੇ ਸਰਕਾਰ ਜਦੋਂ ਲੋਨ ਲੈਂਦੀ ਆ ਮੀਨਸ ਉਹ ਇਹਨਾਂ ਕੰਮਾਂ ਦੇ ਨਾਲ ਉਤਪਾਦਨ ਵੱਧਦਾ, ਇਨਕਮ ਵੱਧਦੀ ਹੈ, ਅਤੇ ਇਹਨਾਂ ਨੂੰ ਪ੍ਰੋਡਕਟਿਵ ਲੋਨ ਜਿਹੜਾ ਪ੍ਰੋਡਕਟਿਵ ਡੈਟ ਕਿਹਾ ਜਾਂਦਾ। ਪਰ ਕਈ ਵਾਰ ਸਰਕਾਰਾਂ
ਉਹ ਉੱਥੇ ਖਰਚ ਕਰ ਦਿੰਦੀਆਂ ਜਿੱਥੇ ਨਾ ਤਾਂ ਆਮਦਨ ਪ੍ਰਾਪਤ ਹੁੰਦੀ ਆ, ਨਾ ਉਤਪਾਦਨ 'ਚ ਵਾਧਾ ਹੁੰਦਾ, ਪਰ ਸਰਕਾਰਾਂ ਨੂੰ ਕਰਨਾ ਵੀ ਪੈਂਦਾ। ਜਿਵੇਂ ਕਿਤੇ ਹੜ੍ਹ ਆ ਜਾਏ, ਕਿਤੇ ਸੋਕਾ ਪੈ ਜਾਏ, ਕੋਈ ਹੋਰ ਕੁਦਰਤੀ ਆਫਤ ਆ ਜਾਏ, ਜਾਂ ਯੁੱਧ ਵਰਗੇ ਹਾਲਾਤ ਪੈਦਾ ਹੋ ਜਾਣ। ਇਹੋ ਜਿਹੇ ਜਿਹੜੇ ਲੋਨਸ ਆ ਇਹਨਾਂ ਨੂੰ ਅਣਉਤਪਾਦਕ ਅਨਪ੍ਰੋਡਕਟਿਵ ਲੋਨ ਜਿਹੜੇ ਕਿਹਾ ਜਾਂਦਾ। ਪਰ ਮੈਂ ਇੱਥੇ ਦੱਸਦੀ ਹਾਂ ਕਿ ਜਿਹੜੇ ਪ੍ਰੋਡਕਟਿਵ ਰਿਣ ਹੈਗੇ ਆ, ਫਸਟ ਜਿਹੜੇ ਤੁਹਾਡੇ ਪ੍ਰੋਡਕਟਿਵ ਡੈਟਸ ਹੈਗੇ ਆ, ਇਹਨਾਂ ਨੂੰ ਐਕਟਿਵ ਡੈਟ ਕਿਹਾ ਜਾਂਦਾ, ਅਤੇ ਜਿਹੜੇ ਅਨਪ੍ਰੋਡਕਟਿਵ ਆ ਇਹਨਾਂ ਨੂੰ ਡੈਡ ਬੇਟ ਡੈਟਸ ਕਿਹਾ ਜਾਂਦਾ। ਮਰੇ ਭਾਰ ਰਿਣ ਕਹਿੰਦੇ ਇਹਨਾਂ ਨੂੰ। ਡੈਡ DEAD ਡੈਡ, ਵੇਟ WEIGHT ਵੇਟ, ਡੈਟਸ DEBTS ਡੈਟਸ, ਜਾਂ ਪੈਸਿਵ ਡੈਟ ਕਿਹਾ ਜਾਂਦਾ, ਪੈਸਿਵ ਲੋਨਸ ਕਿਹਾ ਜਾਂਦਾ। ਠੀਕ ਹੈ ਜੀ। ਨੈਕਸਟ, ਅਕੋਰਡਿੰਗ ਟੂ ਨੇਚਰ ਵਲੰਟਰੀ। ਇਹ ਰਿਣ ਜਨਤਾ ਆਪਣੀ ਇੱਛਾ ਨਾਲ ਦਿੰਦੀ ਹੈ। ਸਰਕਾਰ ਰਿਣ ਦੀਆਂ ਸ਼ਰਤਾਂ ਦੇ ਅਨੁਸਾਰ ਵਿਆਜ ਸਮੇਤ ਇਸ ਦਾ ਭੁਗਤਾਨ ਕਰਦੀ ਹੈ। ਇਹ ਕਾਫੀ ਫੇਮਸ ਹੁੰਦੇ ਆ ਔਰ ਦੇਸ਼ ਵਿਦੇਸ਼ ਦੋਨਾਂ ਤੋਂ ਲਏ ਜਾ ਸਕਦੇ ਆ। ਫੋਰਸਡ ਜਿਹੜੇ ਆ, ਸਰਕਾਰ ਫੋਰਸ ਕਰਕੇ ਲੋਕਾਂ ਨੂੰ ਮਜਬੂਰ ਕਰਦੀ ਆ ਰਿਣ ਦੇਣ ਦੇ ਲਈ ਸਰਕਾਰ ਨੂੰ। ਇਹ ਲੋਕ ਆਪਣੀ ਇੱਛਾ ਨਾਲ ਨਹੀਂ ਦਿੰਦੇ, ਪਰ ਬਸ ਕਿ ਇੱਕ ਕੰਪਲਸਰੀ ਸੇਵਿੰਗ ਦੇ ਰੂਪ ਦੇ ਵਿੱਚ ਕਈ ਵਾਰ ਉਹਨਾਂ ਨੂੰ ਉਹ ਸੇਵਿੰਗ ਕਰਨੀ ਪੈ ਜਾਂਦੀ, ਮਤਲਬ ਸਰਕਾਰ ਮਜਬੂਰ ਕਰ ਦਿੰਦੀ ਆ ਕਿ ਕੰਪਲਸਰੀ ਸੇਵਿੰਗ ਕੀਤੀ ਜਾਵੇ। ਇਹ ਬਹੁਤੇ ਲੋਕਪ੍ਰਿਯ ਨਹੀਂ ਹੁੰਦੇ, ਇਹਨਾਂ ਦਾ ਆਮ ਕਰਕੇ ਵਿਰੋਧ ਹੁੰਦਾ। ਅਕੋਰਡਿੰਗ ਟੂ ਸੋਰਸ ਘਰੇਲੂ, ਡੋਮੈਸਟਿਕ ਔਰ ਇੰਟਰਨਲ, ਔਰ ਦੂਸਰਾ ਫੋਰਨ ਔਰ ਐਕਸਟਰਨਲ। ਜਦੋਂ ਘਰੇਲੂ ਸਰੋਤਾਂ ਤੋਂ ਲੋਨ ਲਿਆ ਜਾਂਦਾ, ਕਿਸੇ ਇੰਡੀਵਿਜੂਅਲ ਤੋਂ, ਬੈਂਕਾਂ ਤੋਂ, ਸੈਂਟਰਲ ਬੈਂਕ ਤੋਂ, ਜਾਂ ਜਦੋਂ ਲੋਨ ਲਿਆ ਜਾਂਦਾ ਕਿੱਥੋਂ, ਇੰਡੀਵਿਜੂਅਲਸ ਤੋਂ, ਕਮਰਸ਼ੀਅਲ ਬੈਂਕਾਂ ਤੋਂ, ਸੈਂਟਰਲ ਬੈਂਕ ਤੋਂ, ਜਾਂ ਨੋਨ ਬੈਂਕਿੰਗ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਲਾਈਕ LIC, ਤਾਂ ਉਸਨੂੰ ਅੰਦਰੂਨੀ ਰਿਣ ਕਿਹਾ ਜਾਂਦਾ। ਅਤੇ ਜਦੋਂ ਰਿਣ ਜਿਹੜਾ ਬਾਹਰਲੀ ਸਰੋਤਾਂ ਤੋਂ ਲਿਆ ਜਾਂਦਾ, ਲਾਈਕ ਇੰਟਰਨੈਸ਼ਨਲ ਮੋਨੇਟਰੀ ਫੰਡ, ਅੰਤਰਰਾਸ਼ਟਰੀ ਮੁਦਰਾ ਕੋਸ਼, ਵਰਲਡ ਬੈਂਕ, IBRD, ਇੰਟਰਨੈਸ਼ਨਲ ਬੈਂਕ ਫਾਰ ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ, ਇਹੋ ਜਿਹੇ ਇੰਸਟੀਟਿਊਸ਼ਨਸ ਤੋਂ ਜਦੋਂ ਲੋਨ ਲਿਆ ਜਾਂਦਾ ਅਤੇ ਉਸਨੂੰ ਐਕਸਟਰਨਲ